ਮੈਂ ਕੁਝ ਦਿਨ ਪਹਿਲਾਂ ਇੱਕ ਨੌਕਰਾਣੀ ਰੱਖ ਲਈ। ਉਹ ਮੇਰੇ ਕੋਲ ਹੀ ਰਹਿੰਦੀ ਸੀ। ਉਹ ਸਾਰੇ ਘਰ ਦਾ ਕੰਮ ਬੜੇ ਵਧੀਆ ਤਰੀਕੇ ਨਾਲ ਕਰਦੀ ਸੀ। ਉਸ ਦਾ ਹਾਲੇ ਵਿਆਹ ਵੀ ਨਹੀਂ ਸੀ ਹੋਇਆ। ਸ਼ਾਇਦ ਘਰ ਦੀ ਮਜਬੂਰੀ ਕਰਕੇ ਉਹ ਕੰਮ ਕਰਦੀ ਸੀ। ਇੱਕ ਦਿਨ ਰਾਤ ਦੇ ਸਮੇਂ ਮੈਨੂੰ ਕਿਸੇ ਦੇ ਉਲਟੀਆਂ ਕਰਨ ਦੀ ਆਵਾਜ਼ ਆਈ। ਮੈਂ ਹੈਰਾਨੀ ਨਾਲ ਉੱਠੀ ਤੇ ਦੇਖਿਆ ਕਿ ਮੇਰੇ ਪਤੀ ਰਾਜ ਕਮਰੇ ਵਿੱਚ ਨਹੀਂ ਸੀ। ਮੈਂ ਸੋਚਿਆ ਕਿਤੇ ਰਾਜ ਦੀ ਤਬੀਅਤ ਤਾਂ ਨਹੀਂ ਖਰਾਬ। ਮੈਂ ਉੱਠ ਕੇ ਵਾਸ਼ਰੂਮ ਵਿੱਚ ਗਈ। ਮੇਰੇ ਪਤੀ ਉੱਥੇ ਨਹੀਂ ਸਨ। ਮੈਂ ਸੋਚਿਆ ਕਿ ਉਹ ਬਾਹਰ ਵਾਲੇ ਵਾਸ਼ਰੂਮ ਵਿੱਚ ਹੋਣਗੇ। ਜਦੋਂ ਮੈਂ ਉੱਥੇ ਗਈ ਤਾਂ ਮੇਰੇ ਹੋਸ਼ ਉੱਡ ਗਏ। ਉੱਥੇ ਤਾਂ ਸਾਡੀ ਨੌਕਰਾਣੀ ਉਲਟੀਆਂ ਕਰ ਰਹੀ ਸੀ ਤੇ ਰਾਜ ਉਸ ਦੀ ਦੇਖਭਾਲ ਕਰ ਰਹੇ ਸਨ ਤੇ ਉਸ ਨੂੰ ਪਾਣੀ ਪਿਲਾ ਰਹੇ ਸਨ ਅਤੇ ਉਸ ਦੀ ਕਮਰ 'ਤੇ ਹੱਥ ਫੇਰ ਰਹੇ ਸਨ। ਮੈਨੂੰ ਤਾਂ ਇਸ ਗੱਲ ਦੀ ਜ਼ਿਆਦਾ ਹੈਰਾਨੀ ਸੀ ਕਿ ਉਹ ਤਾਂ ਕੁਆਰੀ ਕੁੜੀ ਸੀ ਤੇ ਬਾਹਰ ਵੀ ਕਿਤੇ ਨਹੀਂ ਸੀ ਜਾਂਦੀ। ਮੈਨੂੰ ਤਾਂ ਅਜੀਬ ਤਰ੍ਹਾਂ ਲੱਗ ਰਿਹਾ ਸੀ। ਘਰ ਵਿੱਚ ਸਿਰਫ ਮੈਂ ਤੇ ਰਾਜ ਹੀ ਰਹਿੰਦੇ ਸੀ। ਸਾਡੇ ਵਿਆਹ ਨੂੰ 4 ਸਾਲ ਹੋ ਗਏ ਸਨ ਤੇ ਸਾਡੇ ਕੋਈ ਬੱਚਾ ਨਹੀਂ ਸੀ। ਇੱਕ ਦਿਨ ਮੈਨੂੰ ਰਾਜ ਨੇ ਕਿਹਾ ਕਿ ਆਪਾਂ ਨੂੰ ਕਿਸੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮੈਂ ਗੁੱਸੇ ਵਿੱਚ ਕਿਹਾ, ਮੈਂ ਕਿਉਂ ਡਾਕਟਰ ਕੋਲ ਜਾਵਾਂ? ਤੁਸੀਂ ਜਾਓ, ਕਮੀ ਤੁਹਾਡੇ ਵਿੱਚ ਹੈ, ਮੇਰੇ ਵਿੱਚ ਨਹੀਂ। ਉਹ ਕੁਝ ਨਾ ਬੋਲੇ ਤੇ ਚਲੇ ਗਏ। ਪਰ ਦਿਨ ਬ ਦਿਨ ਸਾਡੇ ਵਿੱਚ ਫਾਸਲੇ ਵੱਧ ਗਏ ਤੇ ਬੱਚੇ ਨੂੰ ਲੈ ਕੇ ਲੜਾਈਆਂ ਹੋਣ ਲੱਗੀਆਂ, ਜਿਸ ਕਰਕੇ ਮੇਰੇ ਪਤੀ ਘਰ ਦੇਰ ਨਾਲ ਆਉਣ ਲੱਗੇ ਤੇ ਦਫ਼ਤਰ ਤੋਂ ਲੇਟ ਆਉਂਦੇ ਤੇ ਆ ਕੇ ਸੌਂ ਜਾਂਦੇ। ਮੈਂ ਸਾਰਾ ਦਿਨ ਬੋਰ ਹੋ ਜਾਂਦੀ। ਇਸ ਲਈ ਮੈਂ ਘਰ ਦਾ ਕੰਮ ਕਰਨ ਲਈ ਨੌਕਰਾਣੀ ਰੱਖ ਲਈ। ਉਹ ਘਰ ਦਾ ਸਾਰਾ ਕੰਮ ਕਰਦੀ ਤੇ ਮੈਂ ਸਾਰਾ ਦਿਨ ਕਿੱਟੀ ਪਾਰਟੀਆਂ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਰਹਿਣ ਲੱਗੀ। ਮੇਰੇ ਘਰ ਦਾ ਮਾਹੌਲ ਹੁਣ ਬਦਲ ਰਿਹਾ ਸੀ। ਮੇਰੇ ਪਤੀ ਨੂੰ ਨੌਕਰਾਣੀ ਦੇ ਹੱਥ ਦਾ ਬਣਿਆ ਖਾਣਾ ਚੰਗਾ ਲੱਗਣ ਲੱਗਿਆ ਅਤੇ ਇੱਕ ਦਿਨ ਮੈਂ ਕਿੱਟੀ ਪਾਰਟੀ ਵਿੱਚ ਗਈ ਤੇ ਮੈਨੂੰ 4 ਘੰਟੇ ਲੱਗ ਗਏ ਤੇ ਮੈਂ ਥੱਕੀ ਟੁੱਟੀ ਜਿਸ ਵਕਤ ਘਰ ਆਈ ਤੇ ਦਰਵਾਜ਼ਾ ਖੜਕਾਇਆ, ਪਰ ਮੇਰੀ ਨੌਕਰਾਣੀ ਨੇ ਦਰਵਾਜ਼ਾ ਨਾ ਖੋਲ੍ਹਿਆ। ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਦਰਵਾਜ਼ੇ ਨੂੰ ਜ਼ਿਆਦਾ ਜ਼ੋਰ ਨਾਲ ਖੜਕਾਇਆ ਤਾਂ ਉਸਨੇ ਦਰਵਾਜ਼ਾ ਖੋਲ੍ਹਿਆ। ਮੈਂ ਕਿਹਾ ਕਿ ਘੋੜੇ ਵੇਚ ਕੇ ਸੁੱਤੀ ਪਈ ਸੀ। ਫਿਰ ਮੈਂ ਧਿਆਨ ਨਾਲ ਵੇਖਿਆ, ਉਸਨੇ ਨਵੀਂ ਸਾੜੀ ਪਾਈ ਸੀ। ਮੈਂ ਪੁੱਛਿਆ, ਇਹ ਸਾੜੀ ਕਿੱਥੋਂ ਲਈ ਹੈ? ਤੇ ਉਸਦੀ ਸਾੜੀ ਏਦਾਂ ਖਿਲਰੀ ਪਈ ਸੀ ਜਿੱਦਾਂ ਜਲਦੀ ਵਿੱਚ ਲਪੇਟੀ ਹੋਵੇ। ਮੈਂ ਉਸਨੂੰ ਕਿਹਾ, ਬੰਨ੍ਹਣੀ ਨਹੀਂ ਆਉਂਦੀ ਤਾਂ ਕਿਉਂ ਬੰਨ੍ਹੀ ਹੈ? ਉਸਨੇ ਕਿਹਾ, ਇਹ ਸਾੜੀ ਮੇਰੀ ਮਾਂ ਦੀ ਹੈ। ਅੱਜ ਮਾਂ ਦੀ ਯਾਦ ਆ ਰਹੀ ਸੀ, ਇਸ ਲਈ ਮੈਂ ਬੰਨ੍ਹ ਲਈ। ਮੈਂ ਅੰਦਰ ਆਈ ਤੇ ਕਿਹਾ, ਮੇਰੇ ਲਈ ਚਾਹ ਬਣਾ ਦੇ। ਫਿਰ ਮੈਂ ਦੇਖਿਆ ਕਿ ਰਾਜ ਸਾਡੇ ਬੈੱਡਰੂਮ ਵਿੱਚੋਂ ਬਾਹਰ ਆ ਰਹੇ ਸੀ ਤੇ ਮੈਂ ਪੁੱਛਿਆ, ਤੁਸੀਂ ਇਸ ਟਾਈਮ ਘਰ ਕਿੱਦਾਂ? ਤੁਸੀਂ ਤਾਂ ਕਦੇ ਘਰ ਨਹੀਂ ਆਉਂਦੇ ਇਸ ਟਾਈਮ। ਤਾਂ ਰਾਜ ਨੇ ਕਿਹਾ, ਮੇਰੀ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਘਰ ਜਲਦੀ ਆ ਗਿਆ। ਹੁਣ ਮੈਨੂੰ ਤੇਰੀ ਪਰਮਿਸ਼ਨ ਲੈ ਕੇ ਘਰ ਆਉਣਾ ਪਊ। ਮੈਂ ਚੁੱਪ ਰਹੀ ਕਿਉਂਕਿ ਮੈਨੂੰ ਇਹ ਸੀ ਕਿ ਸਾਡੇ ਵਿੱਚ ਲੜਾਈ ਨਾ ਹੋਵੇ। ਮੇਰੇ ਪਤੀ ਹੁਣ ਟਾਈਮ 'ਤੇ ਘਰ ਆਉਂਦੇ, ਕਦੀ ਛੁੱਟੀ ਤੋਂ ਪਹਿਲਾਂ ਹੀ ਘਰ ਆਉਂਦੇ। ਉਹਨਾਂ ਦਾ ਬਦਲਿਆ ਰੂਪ ਵੇਖ ਕੇ ਮੈਂ ਹੈਰਾਨ ਸੀ ਕਿਉਂਕਿ ਉਹ ਕਦੀ ਵੀ ਮੇਰੇ ਨਾਲ ਘਰ ਦਾ ਕੰਮ ਨਹੀਂ ਸੀ ਕਰਵਾਉਂਦੇ, ਪਰ ਅੱਜ ਕੱਲ੍ਹ ਉਹ ਨੌਕਰਾਣੀ ਨਾਲ ਮਿਲ ਕੇ ਖਾਣਾ ਬਣਾ ਰਹੇ ਹੁੰਦੇ। ਮੈਂ ਕਿਹਾ ਕਿ ਤੁਸੀਂ ਕੰਮ ਕਰਦੇ ਹੋ? ਤਾਂ ਕਹਿੰਦੇ, ਮੈਂ ਤੇਰੀ ਥਾਂ ਨਿਠੱਲਾ ਨਹੀਂ ਰਹਿ ਸਕਦਾ। ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਮੈਂ ਇਹ ਸੁਣ ਕੇ ਚੁੱਪ ਕਰ ਗਈ ਅਤੇ ਜੇ ਮੈਂ ਕੁਝ ਕਹਿੰਦੀ ਤਾਂ ਕਹਿੰਦੇ, ਇੱਕ ਤਾਂ ਤੈਨੂੰ ਖੁਸ਼ ਕਰਨ ਲਈ ਮੈਂ ਖਾਣਾ ਬਣਾ ਰਿਹਾ ਹਾਂ, ਬਸ ਨੌਕਰਾਣੀ ਦੀ ਥੋੜ੍ਹੀ ਜਿਹੀ ਮਦਦ ਲੈਣ ਲੱਗਾ ਹਾਂ, ਪਰ ਤੂੰ ਮੇਰੇ 'ਤੇ ਸ਼ੱਕ ਕਰੀ ਜਾਂਦੀ ਹੈ। ਮੈਂ ਸੋਚਿਆ ਸ਼ਾਇਦ ਉਹ ਸਾਡੇ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਚੁੱਪ ਹੋ ਗਈ। ਇੱਕ ਦਿਨ ਅਸੀਂ ਦੋਨੋਂ ਕਮਰੇ ਵਿੱਚ ਸੁੱਤੇ ਸੀ। ਮੈਨੂੰ ਅਚਾਨਕ ਬਹੁਤ ਪਿਆਸ ਲੱਗੀ ਤੇ ਪਾਣੀ ਪੀਣ ਲਈ ਉੱਠੀ ਤਾਂ ਜੱਗ ਵਿੱਚ ਪਾਣੀ ਨਹੀਂ ਸੀ। ਮੈਂ ਉੱਠੀ ਤੇ ਰਸੋਈ ਵਿੱਚ ਜਾਣ ਲੱਗੀ ਤੇ ਦੇਖਿਆ ਕਿ ਰਾਜ ਕਮਰੇ ਵਿੱਚ ਨਹੀਂ ਸੀ। ਮੈਂ ਵਾਸ਼ਰੂਮ ਵਿੱਚ ਵੇਖਿਆ, ਉੱਥੇ ਵੀ ਨਹੀਂ ਸੀ। ਪਾਣੀ ਪੀਣ ਤੋਂ ਬਾਅਦ ਮੈਂ ਸਾਰੇ ਘਰ ਵਿੱਚ ਵੇਖਿਆ, ਰਾਜ ਨਹੀਂ ਸੀ। ਮੇਰੀ ਨਜ਼ਰ ਨੌਕਰਾਣੀ ਦੇ ਕਮਰੇ 'ਤੇ ਪਈ ਤੇ ਉਹ ਵੀ ਆਪਣੇ ਕਮਰੇ ਵਿੱਚ ਨਹੀਂ ਸੀ। ਮੈਨੂੰ ਸ਼ੱਕ ਪੈ ਗਿਆ ਤੇ ਮੈਂ ਛੱਤ 'ਤੇ ਗਈ ਤੇ ਮੈਂ ਵੇਖਿਆ ਕਿ ਰਾਜ ਤੇ ਉਹ ਦੋਨੋਂ ਗਲਵੱਕੜੀ ਪਾਈ ਖੜ੍ਹੇ ਸੀ। ਮੈਂ ਚੀਕ ਕੇ ਕਿਹਾ, ਇਹ ਕੀ ਹੋ ਰਿਹਾ ਹੈ? ਰਾਜ ਨੇ ਕਿਹਾ, ਕੀ ਹੋ ਰਿਹਾ ਹੈ? ਕੁਝ ਵੀ ਨਹੀਂ। ਮੈਂ ਕੀ ਕੀਤਾ ਹੈ? ਮੈਂ ਪਾਣੀ ਪੀਣ ਉੱਠਿਆ ਤਾਂ ਮੈਂ ਇਸਨੂੰ ਛੱਤ 'ਤੇ ਆਉਂਦੇ ਵੇਖਿਆ।
ਤਾਂ ਮੈਂ ਇਸ ਦੇ ਪਿੱਛੇ ਆ ਗਿਆ। ਇਹ ਰੋ ਰਹੀ ਸੀ, ਇਸ ਨੂੰ ਆਪਣੇ ਘਰ ਦੀ ਯਾਦ ਆ ਰਹੀ ਸੀ। ਇਸ ਨੂੰ ਚੁੱਪ ਕਰਵਾ ਰਿਹਾ ਸੀ। ਤੂੰ ਸ਼ੱਕ ਕਰੀ ਜਾਂਦੀ ਹੈ ਮੈਨੂੰ ਬਹੁਤ ਕੁਝ ਬੋਲ ਕੇ। ਰਾਜ ਨੀਚੇ ਚਲੇ ਗਏ ਤੇ ਮੈਂ ਨੌਕਰਾਣੀ ਨੂੰ ਗੁੱਸੇ ਨਾਲ ਬੋਲ ਕੇ ਨੀਚੇ ਆ ਗਈ। ਮੈਂ ਹੁਣੇ ਉਸ ਨੂੰ ਘਰੋਂ ਕੱਢਣਾ ਚਾਹੁੰਦੀ ਸੀ। ਜਦੋਂ ਮੈਂ ਉਸ ਨੂੰ ਜਾਣ ਲਈ ਕਿਹਾ ਤਾਂ ਮੇਰੇ ਪਤੀ ਨੇ ਕਿਹਾ ਕਿ ਇਹ ਨਹੀਂ ਜਾਵੇਗੀ। ਤੂੰ ਮੈਨੂੰ ਰੋਟੀ ਬਣਾ ਕੇ ਨਹੀਂ ਦਿੰਦੀ ਤੇ ਇਹਨੂੰ ਘਰੋਂ ਕੱਢਣਾ ਚਾਹੁੰਦੀ ਹੈ। ਇਹ ਕਿਤੇ ਨਹੀਂ ਜਾਊਗੀ। ਇੱਕ ਦਿਨ ਮੇਰੀ ਨੌਕਰਾਣੀ ਉਲਟੀਆਂ ਕਰ ਰਹੀ ਸੀ। ਇਹ ਉਲਟੀਆਂ ਬਿਮਾਰੀ ਵਾਲੀ ਨਹੀਂ ਸੀ। ਮੈਨੂੰ ਬਹੁਤ ਅਜੀਬ ਲੱਗਿਆ। ਮੈਂ ਸੋਚਿਆ ਇਸ ਨਾਲ ਇਕੱਲੇ ਵਿੱਚ ਗੱਲ ਕਰਾਂਗੀ। ਇੱਕ ਦਿਨ ਰਾਤ ਨੂੰ ਫਿਰ ਉਲਟੀਆਂ ਕਰ ਰਹੀ ਸੀ। ਮੈਂ ਜਾ ਕੇ ਵੇਖਿਆ ਤਾਂ ਰਾਜ ਉਸਦੀ ਇੱਕ ਘਰ ਵਾਲੇ ਵਾਂਗ ਦੇਖਭਾਲ ਕਰ ਰਹੇ ਸੀ। ਮੈਂ ਗੁੱਸੇ ਵਿੱਚ ਕਿਹਾ, ਤੁਸੀਂ ਹਾਲੇ ਵੀ ਕੁਝ ਕਹਿਣਾ ਹੈ? ਮੈਂ ਕਿਹਾ, ਇਹ ਤੁਹਾਡੀ ਕੀ ਲੱਗਦੀ ਹੈ? ਤਾਂ ਰਾਜ ਨੇ ਕਿਹਾ ਕਿ ਇਹ ਮੇਰੇ ਹੋਣ ਵਾਲੇ ਬੱਚੇ ਦੀ ਮਾਂ ਹੈ। ਤੂੰ ਤਾਂ ਮੇਰੇ ਵਿੱਚ ਹੀ ਨੁਕਸ ਕੱਢੀ ਗਈ ਤੇ ਨੁਕਸ ਮੇਰੇ ਵਿੱਚ ਨਹੀਂ ਤੇਰੇ ਵਿੱਚ ਹੈ। ਮੈਂ ਤੈਨੂੰ ਤਲਾਕ ਦੇ ਕੇ ਇਸ ਨਾਲ ਵਿਆਹ ਕਰਵਾ ਲੈਣਾ ਹੈ। ਇਹ ਸੁਣ ਕੇ ਮੈਂ ਚੁੱਪ ਹੋ ਗਈ ਤੇ ਮੈਂ ਆਪਣੇ ਕੱਪੜੇ ਪੈਕ ਕੀਤੇ, ਉੱਥੋਂ ਜਾਣ ਦੀ ਤਿਆਰੀ ਕੀਤੀ। ਦਰਅਸਲ ਮੈਂ ਹੀ ਆਪਣੇ ਰਿਸ਼ਤੇ ਨੂੰ ਨਹੀਂ ਸੰਭਾਲ ਸਕੀ। ਰਾਜ ਦਾ ਕੋਈ ਕਸੂਰ ਨਹੀਂ ਸੀ। ਉਹ ਹੁਣ ਆਪਣੇ ਬੱਚੇ ਤੇ ਉਸ ਕੁੜੀ ਨਾਲ ਉਸ ਘਰ ਵਿੱਚ ਰਹਿ ਰਿਹਾ ਸੀ ਤੇ ਮੇਰੀ ਜ਼ਿੰਦਗੀ ਵੀਰਾਨ ਹੋ ਚੁੱਕੀ ਸੀ। ਦੋਸਤੋ, ਤੁਹਾਨੂੰ ਜੇ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਫਿਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।